अस्सलाम वालेकुम दोस्तों। आपको पता है कि मेरा नाम खिदर वली चिश्ती है और मैं पाकिस्तान में पौधों और दरख्तों को प्रमोट करता हूँ। अच्छा, पौधों के साथ बहुत सारी चीज़ें लिंक होती है, जैसे ऑर्गेनिक खाद के हवाले से बहुत सारे लोग काम कर रहे हैं। लेकिन एक चेहरा जो आपको स्क्रीन पर नज़र आ रहा है, ये मेरे दोस्त हसन अशरफ साहब हैं। पिछले 10 साल से मैं इनसे ऑर्गेनिक खाद ले रहा हूँ और इनके सेटअप पे आ रहा हूँ, और मुख्तलिफ औकात में मैंने इनके सेटअप पे आके वीडियो बनाई है। माशाल्लाह, जब मैं आता हूँ तो अच्छे से अच्छा होता जा रहा है। तो आज फिर हम यहाँ मौजूद हैं, इनका हसन अशरफ जो ऑर्गेनिक फार्म है, जहाँ पर ये ऑर्गेनिक खाद बनाते हैं। तो इनसे बात करेंगे कि ये खाद कैसे बना रहे हैं और इसका क्या प्रोसीजर है और उसके क्या फ़ायदे हैं। जी हसन भाई, पहले तो तुसी सुनाओ, ठीक हो, खैरियत है? अल्हम्दुलिल्लाह खिजर भाई ठीक ठाक सर, शुक्रिया ਤੁਸੀਂ ਵਿਜ਼ਿਟ ਕੀਤਾ ਫਾਰਮ ਦਾ। ਮਾਸ਼ਾਅੱਲਾ। ਹਸਨ ਭਾਈ, ਇਹ ਤੁਸੀਂ ਦੱਸੋ ਕਿ ਇਹ ਜਿਹੜਾ ਸੈਟਅਪ ਹੈ, ਇੱਥੇ ਕਿੰਨੀ ਤੁਸੀਂ ਪ੍ਰੋਡਕਸ਼ਨ ਕਰ ਰਹੇ ਹੋ ਤੇ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ, ਇਹਦਾ ਫਾਇਦਾ ਕੀ ਹੈ, ਇਸ ਖਾਦ ਦਾ ਕੀ ਆਇਆ, ਇਹਦਾ ਕੋਈ ਫਾਇਦਾ ਵੀ ਹੈ, ਔਰ ਕਿਚਨ ਗਾਰਡਨਿੰਗ ਤੇ ਦੂਸਰੇ ਪੌਦਿਆਂ ਵਾਸਤੇ ਇਹਨਾਂ ਦੇ ਕੀ ਫਾਇਦੇ ਨੇ, ਉਹ ਵੀ ਦੱਸਣਾ ਜ਼ਰਾ। ਸਰ ਇਹ ਜਿਹੜੀ ਖਾਦ ਅਸੀਂ ਤਿਆਰ ਕਰ ਰਹੇ ਹਾਂ ਖਿਜ਼ਰ ਭਾਈ, ਇਹਨੂੰ ਕਹਿੰਦੇ ਨੇ ਵਰਮੀ ਕੰਪੋਸਟ। ਜੀ ਠੀਕ ਹੈ। ਇਹ ਖਿਜ਼ਰ ਭਾਈ ਦੁਨੀਆ ਦੀ ਸਭ ਤੋਂ ਅੱਛੀ ਖਾਦ ਹੈ। ਜੀ ਬਿਹਤਰ। ਇਹਨੂੰ ਬਲੈਕ ਗੋਲਡ ਕਿਹਾ ਜਾਂਦਾ ਹੈ। ਜੀ ਠੀਕ ਹੈ। ਇਹਦੇ ਵਿੱਚ ਉਹ तमाम ਖੁਰਾਕੀ ਅਜਜ਼ਾ ਸ਼ਾਮਿਲ ਨੇ ਜਿਹੜੇ ਮੁxtਲਿਫ ਖਾਦਾਂ ਤੋਂ ਅਸੀਂ ਪੌਦਿਆਂ ਨੂੰ ਪੂਰਾ ਕਰਕੇ ਦਿੰਦੇ ਹਾਂ। ਜੀ ਠੀਕ ਹੈ। ਕਦੀ ਡੀਏਪੀ, ਕਦੀ ਯੂਰੀਆ, ਕਦੀ ਫਾਸਫੋਰਸ, ਜੀ ਕਦੀ ਜ਼ਿੰਕ, ਕਦੀ ਕਾਪਰ, ਕਦੀ ਸਲਫਰ, ਕਦੀ ਕੀ ਉਹ ਸਾਰਾ ਕੁਝ ਅੱਲਾਹ ਪਾਕ ਨੇ ਇਹਦੇ ਵਿੱਚ ਰੱਖ ਦਿੱਤਾ ਹੈ। ਜੀ ਬਿਹਤਰ। ਸਿਰਫ ਇੱਕ ਵਰਮੀ ਕੰਪੋਸਟ ਉਹਦੀ ਬੁਨਿਆਦ ਤੇ ਨੂੰ ਕਹਿੰਦੇ ਨੇ ਜੀ ਵਰਮੀ ਗੋਲਡ ਜਾਂ ਬਲੈਕ ਗੋਲਡ ਸਹੀ ਹੈ। ਠੀਕ ਹੋ ਗਿਆ ਸਰ। ਅਲਹਮਦੁਲਿल्लाह ਜੀ, ਮੈਂ ਤਕਰੀਬਨ 7 ਸਾਲ ਤੋਂ ਇਹਦਾ ਜਿਹੜਾ ਕੰਮ ਹੈ ਉਹ ਕਰਦਾ ਪਿਆ ਹਾਂ। ਮਾਸ਼ਾਅੱਲਾ। ਠੀਕ ਹੈ ਜੀ। ਇਹ ਕਿਚਨ ਗਾਰਡਨਿੰਗ ਦੇ ਨਾਲ ਨਾਲ ਇਹਦਾ ਜਿਹੜਾ ਸਭ ਤੋਂ ਵੱਡਾ ਇਸਤੇਮਾਲ ਹੈ ਸਰ, ਉਹ ਹੈਗਾ ਐਗਰੀਕਲਚਰ ਫੀਲਡ ਦੇ ਵਿੱਚ। ਜੀ ਬਿਹਤਰ। ਅਲਹਮਦੁਲਿल्लाह ਇੰਟੀਗ੍ਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ ਦੇ ਜ਼ਰੀਏ ਅਸੀਂ ਕਿਸਾਨਾਂ ਨੂੰ ਇਸਤੇਮਾਲ ਕਰਵਾ ਰਹੇ ਹਾਂ। ਜੀ ਬਿਲਕੁਲ। ਹੁਣ ਵੀ ਮੈਂ ਤੁਹਾਨੂੰ ਬਹਾਨਾ ਕਿ ਇਹ ਵੇਖੋ, ਇਸ ਖਾਦ ਦੇ ਵਿੱਚ ਡੀਏਪੀ ਮਿਕਸ ਹੋਈ ਪਈ ਜੀ ਹੈ। ਠੀਕ ਹੈ। ਯਾਨੀ ਕਿ ਅਸੀਂ ਫਸਲਾਂ ਦੀ ਪੈਦਾਵਾਰ ਦਾ ਇਜ਼ਾਫਾ ਕਰਦੇ ਪਏ ਹਾਂ ਹਾਂਜੀ। ਦੂਸਰੀਆਂ ਖਾਦਾਂ ਨੂੰ ਕਢਾ ਕੇ। ਜੀ ਠੀਕ। ਇਹ ਵਰਮੀ ਕੰਪੋਸਟ ਵਾਹਦ ਖਾਦ ਹੈ ਜਿੰਦੀ ਮਦਦ ਨਾਲ ਤੁਸੀਂ ਕਮਿਆਈ ਖਾਦਾਂ ਦੀ ਮਿਕਦਾਰ ਨੂੰ ਆਹਿਸਤਾ ਆਹਿਸਤਾ ਕੰਮ ਕਰ ਕਰਕੇ ਸਕਦੇ ਹੋ। ਤੇ ਤੁਸੀਂ ਆਪਣੀ ਫਸਲ ਨੂੰ ਆਪਣੀ ਪੈਦਾਵਾਰ ਵਧਾ ਸਕਦੇ ਹੋ ਤੇ ਆਪਣੀ ਜ਼ਮੀਨ ਨੂੰ ਜ਼ਿੰਦਾ ਕਰ ਸਕਦੇ ਹੋ। ਉਹਦੇ ਚ ਆਰਗੈਨਿਕ ਮੈਟਰ ਵਧੇਗਾ। ਅੱਛਾ, ਬੁਨਿਆਦੀ ਤੌਰ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਜ਼ਮੀਨ ਨੂੰ ਹੀਲ ਕਰ ਸਕਦੇ ਹੋ। ਜਿਹੜਾ ਅਸੀਂ ਕੈਮੀਕਲ ਯੂਜ਼ ਕੀਤਾ ਹੈ, ਉਹ ਕੈਮੀਕਲ ਦਾ ਇਸਤੇਮਾਲ ਇੱਕ ਕੰਮ ਕਰਦੀ ਜਾਏਗੀ ਇਸ ਤਰ੍ਹਾਂ। ਸਰ ਅਸਲ ਕੈਮੀਕਲ ਨੇ ਸਾਡੀ ਜ਼ਮੀਨ ਦੇ ਵਿੱਚ ਜਿਹੜਾ ਆਰਗੈਨਿਕ ਮੈਟਰ ਸੀ ਨਾ, ਉਹਨੂੰ ਖਤਮ ਕਰ ਜੀ ਦਿੱਤਾ। ਬਿਹਤਰ। ਸਾਡੇ ਜਿਹੜੇ ਵੱਡੇ ਸਨ ਜੀ, ਉਹ ਗੋਇਆ ਪਾਉਂਦੇ ਸਨ ਪੈਲੀਆਂ 'ਚ। ਬਿਲਕੁਲ ਬਿਲਕੁਲ। ਤੇ ਉਦੋਂ 35 ਮਣ ਕਣਕ ਦੀ ਪੈਦਾਵਾਰ ਆਉਂਦੀ ਸੀ। ਹਾਂਜੀ। ਹੁਣ ਅਸੀਂ ਤਕਰੀਬਨ ਕੋਈ 50 60 70 ਹਜ਼ਾਰ ਰੁਪਇਆ ਖਰਚਾ ਕਰਕੇ 45 ਮਣ ਜਿਹੜੀ ਪੈਦਾਵਾਰ ਉਹ ਲੈ ਰਹੇ ਹਾਂ। ਹਾਂਜੀ। ਫਿਰ ਉਹ ਤਰੀਕਾ ਸਹੀ ਨਹੀਂ ਸੀ। ਨਹੀਂ, ਬਿਹਤਰੀਨ ਹੈ। ਖਾਦਾਂ ਤੋਂ ਬਗੈਰ 35 ਮਣ ਸਹੀ ਨਹੀਂ ਸੀ। ਇਹ ਤਾਂ ਇੰਨਾ ਖਰਚਾ ਕਰਕੇ ਤੇ ਫਿਰ ਅਸੀਂ ਉੱਥੇ 40 45 ਮਣ ਤੇ ਹੈਗੇ ਹਾਂ। ਜ਼ਮੀਨ ਵੀ ਬੰਜਰ ਕਰ, ਜ਼ਮੀਨਾਂ ਬੰਜਰ ਹੋ ਗਈਆਂ। ਇਹ ਕੀ ਕਰਦੀ ਹੈ ਜੀ ਵਰਮੀ ਕੰਪੋਸਟ? ਇਹ ਜ਼ਮੀਨ ਨੂੰ ਰਿਪੇਅਰ ਕਰਦੀ ਹੈ, ਉਹਦੇ ਵਿੱਚ ਆਰਗੈਨਿਕ ਜਿਹੜਾ ਮੈਟਰ ਹੈ ਉਹ ਵਧਾਉਂਦੀ ਹੈ। ਜੀ ਬਿਲਕੁਲ। ਅੱਛਾ, ਇੱਕ ਮੇਰਾ ਸਵਾਲ ਹੈ ਕਿ ਜਿਹੜਾ ਇਹਨੂੰ ਕਮਰਸ਼ੀਅਲ ਲੈਵਲ ਤੇ ਲਾਣਾ ਚਾਹਵੇ ਜੀ ਤੇ ਉਹਦਾ ਕਿੰਨਾ ਖਰਚਾ ਆਉਂਦਾ ਹੈ, ਔਰ ਤੁਸੀਂ ਉਹਦੇ ਵਾਸਤੇ ਤੁਹਾਡੇ ਕੋਲ ਕੀ ਫਾਰਮੂਲਾ ਹੈ, ਔਰ ਜ਼ਿਮੀਦਾਰ ਜਿਹੜੇ ਦੋਸਤ ਲਾਉਣਾ ਚਾਹਣ ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਦੋਸਤ ਕਮਰਸ਼ੀਅਲ ਕਰਨਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਫਾਰਮ ਦਾ ਵਿਜ਼ਿਟ ਕਰਨ। ਜੀ ਠੀਕ। ਮੇਰੇ ਕੋਲ ਆਣ, ਮੇਰੇ ਕੋਲ ਬਹਿਣ, ਮੈਂ ਉਹਨਾਂ ਨੂੰ ਸਾਰਾ ਸਮਝਾਵਾਂ। ਜੀ ਠੀਕ। ਮੋਸਟਲੀ ਲੋਕ ਨੇ ਸਰ ਜਿਹੜੇ ਉਹ 1-2 ਬੈਡਾਂ ਤੋਂ ਸ਼ੁਰੂ ਕਰਦੇ ਨੇ ਜੀ ਜੀ ਕਮਰਸ਼ੀਅਲ ਵਾਸਤੇ, ਲੇਕਿਨ ਉਹ 1 ਮਹੀਨਾ, 3 ਮਹੀਨੇ, 4 ਮਹੀਨੇ, 6 ਮਹੀਨੇ ਬਾਅਦ ਜਾ ਕੇ ਉਹਨਾਂ ਦੀ ਬਸ ਹੋ ਜਾਂਦੀ ਹੈ। ਕਿਉਂ? ਇੱਕ ਬੈਡ ਤੋਂ ਸ਼ੁਰੂ ਕਰਦੇ ਨੇ, 3 ਮਹੀਨੇ ਬਾਅਦ ਉਹ 5-7 ਮਣ ਖਾਦ ਨਿਕਲਦੀ ਹੈ। ਉਹ 3 ਮਹੀਨਿਆਂ ਦੇ ਵਿੱਚ ਇੱਕ ਬੰਦੇ ਦਾ ਜੀ ਰੋਟੀ ਦੇ ਪੈਸੇ ਵੀ ਨਹੀਂ ਕੱਢਦੀ। ਸਹੀ ਗੱਲ ਹੈ। ਅਸੀਂ ਜਿਹੜਾ ਮਸ਼ਵਰਾ ਦਿੰਦੇ ਹਾਂ, ਅਸੀਂ ਕਹਿੰਦੇ ਜੀ ਤੁਸੀਂ ਕਮਰਸ਼ੀਅਲ ਯੂਨਿਟ ਲਾਣਾ ਹੈ ਤੇ ਤੁਸੀਂ ਘੱਟੋ ਘੱਟ ਜਿਹੜੇ 4x50 ਦੇ ਨੇ ਉਹ 10 ਬੈੱਡ ਲਾਓ। ਤੁਹਾਡੇ ਖਰਚੇ ਵੀ ਪੂਰੇ ਹੋਣਗੇ। ਤੁਹਾਡੇ ਕੋਲ 3 ਮਹੀਨਿਆਂ ਬਾਅਦ ਕੋਈ 8-10 ਟਨ ਜਿਹੜੀ ਵਰਮੀ ਕੰਪੋਸਟ ਦੀ ਪ੍ਰੋਡਕਸ਼ਨ ਆਏਗੀ, ਤੁਹਾਡੀ ਸੇਲ ਸ਼ੁਰੂ ਹੋ ਜਾਏਗੀ। ਤੁਹਾਨੂੰ ਖਰਚੇ ਜਿਹੜੇ ਹੁੰਦੇ ਪਏ ਨੇ ਉਹ ਮਾਲੂਮ ਨਹੀਂ ਹੋਣਗੇ, ਤੁਸੀਂ ਇੱਕ ਟਰੈਕ ਤੇ ਲੱਗ ਜਾਓਗੇ। ਜੀ ਬਿਲਕੁਲ। ਅੱਛਾ, ਇਹ ਕਿੰਨਾ ਖਰਚਾ ਆਂਦਾ ਹੈ ਇਹ ਜਿਹੜਾ ਕਮਰਸ਼ੀਅਲ ਲੈਵਲ ਤੇ ਤੁਸੀਂ ਦੱਸ ਦਿਓ, ਇੱਕ ਮੋਟਾ ਹਿਸਾਬ ਦੱਸ ਦਿਓ, ਔਰ ਫਿਰ ਆਪਣਾ ਫਾਰਮ ਦਾ ਵੀ ਨਾਂ ਦੱਸ ਦਿਓ
ਤਾਂ ਕਿ ਲੋਕ ਤੁਹਾਡੇ ਨਾਲ ਰਾਬਤਾ ਕਰੇ ਨੇ। ਜਿੰਨੇ ਲੋਕ ਲਾਣਗੇ ਤੇ ਸਾਨੂੰ ਤਾਂ ਫਾਇਦਾ ਹੀ ਹੈ, ਜ਼ਮੀਨਾਂ ਜਿਹੜੀਆਂ ਨਾ ਉਹ ਖੁਸ਼ਹਾਲ ਸਰ ਹੋਣਗੀਆਂ। ਇਹ ਵਰਮੀ ਕੰਪੋਸਟ ਆਉਣ ਵਾਲਾ ਵਕਤ ਜਿਹੜਾ ਜ਼ਿਮੀਂਦਾਰ ਹੈ, ਜਿਹੜਾ ਕਿਸਾਨ ਹੈ, ਉਹ ਇਹਨਾਂ ਚੀਜ਼ਾਂ ਨੂੰ ਸਮਝਣਾ ਸ਼ੁਰੂ ਹੋ ਗਿਆ। ਜੀ ਠੀਕ ਹੈ। ਆਉਣ ਵਾਲਾ ਵਕਤ ਵਰਮੀ ਕੰਪੋਸਟ ਦਾ ਹੈ। ਇਨਸ਼ਾਅੱਲਾ ਉਹਨਾਂ ਨੂੰ ਆਰਗੈਨਿਕਲ ਆਣਾ ਹੀ ਪੈਣਾ ਹੈ, ਯਾਨੀ ਕਿ ਪੂਰਾ ਆਰਗੈਨਿਕ ਨਹੀਂ ਆ ਸਕਦੇ ਸੀ, ਲੇਕਿਨ ਇਹਨਾਂ ਨੂੰ ਖਾਦਾਂ ਨੂੰ ਇਸਤੇਮਾਲ ਜਿੰਨੀ ਦੇਰ ਅਸੀਂ ਨਹੀਂ ਕਰਾਂਗੇ ਸਾਡੀਆਂ ਜ਼ਮੀਨਾਂ ਠੀਕ ਨਹੀਂ ਹੋਣਗੀਆਂ। ਨਹੀਂ ਤੇ ਜਿਹੜਾ 5 ਕਿਲੋ DAP ਯੂਰੀਆ ਦਾ ਇਸਤੇਮਾਲ ਸ਼ੁਰੂ ਹੋਇਆ ਸੀ, ਜਿਹੜਾ ਹੁਣ 200 ਕਿਲੋ ਤੇ ਚਲਾ ਗਿਆ, ਇਹ ਅੱਗੇ 400 ਕਿਲੋ ਤੇ ਚਲਾ ਜਾਏਗਾ। ਮਿਕਦਾਰ ਵਧੀ ਜਾਏਗੀ। ਜਿਹੜਾ ਕਿਸਾਨ ਹੈ ਉਹ ਇੱਕ ਬੋਰੀ ਅਫੋਰਡ ਵੀ ਨਹੀਂ ਹੁਣ ਕਰਦਾ ਲੈਣੀ ਜੀ, 17-18 ਹਜ਼ਾਰ ਦੀ, 6-7 ਹਜ਼ਾਰ ਦੀ, 10-12 ਹਜ਼ਾਰ ਦੀ ਬੋਰੀ ਕਿਸਾਨ ਹੁਣ ਅਫੋਰਡ ਨਹੀਂ ਕਰਦਾ। ਉਹਨੂੰ ਅਸੀਂ ਬਚਾਉਣ ਵਾਸਤੇ ਇੱਕ ਨਵਾਂ ਜਿਹੜਾ ਹੈ ਨਾ ਜੀ ਨਿਜ਼ਾਮ ਉਹ ਲੈ ਕੇ ਆਏ ਆ, ਜਿੰਦੇ ਵਿੱਚ ਕਮਿਆਈ ਖਾਦਾਂ ਤੇ ਵਰਮੀ ਕੰਪੋਸਟ ਨੂੰ ਆਪਸ ਵਿੱਚ ਮਿਕਸ ਕਰਕੇ ਦਿਖਾਓ ਜ਼ਰਾ ਸਾਨੂੰ, ਸਾਡੇ ਆਡੀਅנס ਜਿਹੜੇ ਨਾ। ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦਾ ਵੀ ਮੈਂ ਜਵਾਬ ਦੇਣਾ ਠੀਕ ਹੈ। ਇਹ ਦਿਖਾਓ, ਇਹ ਦੇਖੋ ਨਾ ਜੀ, ਹੁਣ ਇਹ ਕਿ ਕਿਸਾਨ ਸਾਨੂੰ ਦੇ ਗਿਆ। ਹਾਂਜੀ ਠੀਕ ਹੈ। ਇਹ DAP ਤੁਹਾਨੂੰ ਨਜ਼ਰ ਆ ਰਹੀ ਜੀ? ਹਾਂਜੀ ਹਾਂਜੀ ਇਹ ਦੇਖੋ ਜੀ, ਠੀਕ ਹੈ। ਇਹ DAP ਨਾਲ ਦੇ ਵਿੱਚ ਮਿਕਸ ਹੋ ਗਈ ਸਾਰੀ, ਇਹ ਦੇਖੋ ਇਹ ਪਾਣੀ ਛੱਡ ਗਈ। ਠੀਕ ਹੈ। ਦਾਣੇ ਦਾਣੇ ਇੱਥੇ ਇਹ ਦੇਖੋ। ਠੀਕ ਹੈ। ਇਹ DAP। ਹਾਂਜੀ ਇਹ DAP। ਅੱਛਾ DAP ਇਹਦੇ ਵਿੱਚ ਮਿਕਸ ਹੋ ਇਹ DAP। ਹਾਂਜੀ ਸਰ ਨਜ਼ਰ ਆ ਰਿਹਾ? ਹਾਂ ਬਿਲਕੁਲ। ਇਹ DAP। ਠੀਕ ਹੈ ਜੀ। ਹੁਣ ਇਹਦੇ ਚ ਅਸੀਂ ਉਹ ਮਿਕਸ ਕਰ ਦਿੱਤੀ ਹੈ ਜੀ ਖਾਦ DAP। ਹੁਣ ਇਹਦੀ ਤਰਤੀਬ ਕੀ ਹੈ ਕਿ ਜਿਹੜਾ ਦੋਸਤ ਲੈ ਕੇ ਜਾ ਰਿਹਾ ਨਾ ਜੀ, ਉਹਨੇ ਪਹਿਲਾਂ ਉਹ ਸਾਹਮਣੇ ਮੁੰਜੀ ਨੂੰ ਪਾਈ ਸੀ। ਹਾਂਜੀ ਠੀਕ ਹੈ ਜੀ। ਉਹਨੂੰ ਇੰਨਾ ਅੱਛਾ ਰਿਜ਼ਲਟ ਮਿਲਿਆ ਕਿ ਉਹਨੇ ਹੁਣ ਮਕਈ ਲੈਣੀ ਹੈ ਤੇ ਉਹ ਸਾਨੂੰ ਕਹਿੰਦਾ ਪਿਆ ਜੀ ਜਿਵੇਂ ਤੁਸੀਂ ਸਾਨੂੰ ਚਲਾਓਗੇ ਨਾ ਜੀ ਅਸੀਂ ਉਵੇਂ ਚੱਲਾਂਗੇ, ਕਿਉਂਕਿ ਸਾਡੀਆਂ ਜਿੱਥੇ ਸਾਡੀ ਮੁੰਜੀ ਦਾ ਖਰਚਾ ਹੋਣਾ ਸੀ ਨਾ ਜੀ ਲੱਖ ਰੁਪਇਆ, ਉੱਥੇ ਸਾਡਾ 50,000 ਰੁਪਏ ਦੇ ਵਿੱਚ ਸਾਨੂੰ ਉਸ ਨਾਲੋਂ ਅੱਛਾ ਰਿਜ਼ਲਟ ਮਿਲਿਆ। ਔਰ ਜ਼ਮੀਨ ਵੀ ਹੀਲ ਹੋਏਗੀ, ਉਹ ਜ਼ਮੀਨ ਦੀ ਤਾਕਤ। ਹੁਣ ਇਹਦਾ ਇਸਤੇਮਾਲ ਦਾ ਤਰੀਕਾ ਕੀ ਹੈ ਜੀ? ਬੇਸਿਕ ਡੋਜ਼ ਦੇ ਵਿੱਚ ਅਗਰ ਕੋਈ ਦੋਸਤ DAP ਇਸਤੇਮਾਲ ਕਰਦਾ ਤੇ ਅਸੀਂ ਅੱਧੀ ਬੋਰੀ DAP ਪਹਿਲਾਂ ਉਹਦੇ ਕੋਲ ਅਸੀਂ ਡਿਟੇਲ ਲੈਂਦੇ ਆ ਕਿ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਕਿਹੜੀਆਂ ਖਾਦਾਂ ਇਸਤੇਮਾਲ ਕੀਤੀਆਂ ਨੇ, ਗੋਬਰ ਪਾਇਆ ਕਿ ਨਹੀਂ ਪਾਇਆ, ਹੋਰ ਕੀ ਕਰਦੇ ਪਏ, ਉਹਦੇ ਮੁਤਾਬਕ ਅਸੀਂ ਉਹਨੂੰ ਗਾਈਡ ਕਰ ਦਿੰਦੇ ਆ। ਲੇਕਿਨ ਜਿਹੜੇ ਇੱਕ ਆਮ ਰੂਟੀਨ ਚੱਲਦੀ ਪਈ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਜੀ। ਜ਼ਮੀਨ ਦੀ ਤਿਆਰੀ ਦੇ ਵਿੱਚ ਜਿਵੇਂ ਉਹਨਾਂ ਦੋਸਤ ਮਕਈ ਲਾਉਣ ਲੱਗਾ, ਇਹ ਜ਼ਮੀਨ ਦੀ ਤਿਆਰੀ ਦੇ ਵਿੱਚ 1 ਏਕੜ ਦੇ ਵਿੱਚ 2 ਬੋਰੀਆਂ ਵਰਮੀ ਕੰਪੋਸਟ ਤੇ ਅੱਧੀ ਬੋਰੀ DAP ਦੀ ਇਸਤੇਮਾਲ ਕਰ ਰਿਹਾ। ਇਹ 3 ਏਕੜ ਦਾ ਫਾਰਮੂਲਾ ਤਿਆਰ ਹੋਇਆ। ਕੀ ਬਾਤ ਹੈ। 1.5 ਬੋਰੀਆਂ ਦੇ ਵਰਮੀ ਹੈਗੀ ਹੈ DAP, ਅੱਧੀ ਬੋਰੀ DAP ਦੀ ਉਹ ਪਈ ਤੇ ਇਹ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਨੇ ਨਾ ਜੋ 6 ਬੋਰੀਆਂ ਵਰਮੀ ਕੰਪੋਸਟ ਦੀਆਂ ਉਹ ਮਿਕਸ ਕਰ ਦਿੱਤੀਆਂ ਨੇ। ਇਹ ਹੁਣ ਬੇਸਿਕ ਡੋਜ਼ ਇਸਤੇਮਾਲ ਹੋ ਜਾਏਗੀ। ਇਸ ਤੋਂ ਬਾਅਦ ਜਦੋਂ ਯੂਰੀਆ ਇਸਤੇਮਾਲ ਕਰੇਗਾ, ਯੂਰੀਆ ਵੀ ਇਸੇ ਤਰ੍ਹਾਂ ਅੱਧੀ ਬੋਰੀ ਯੂਰੀਆ 2 ਵਾਰੀ ਵਰਮੀ ਕੰਪੋਸਟ। ਫਿਰ ਉਹ ਜਿੰਨੀ ਵਾਰੀ ਵੀ ਕਰੇਗਾ, 1 ਵਾਰੀ ਦੇਣੀ ਯੂਰੀਆ, 2 ਵਾਰੀ ਦੇਣੀ, 3 ਵਾਰੀ ਦੇਣੀ, ਉਹ ਵਰਮੀ ਕੰਪੋਸਟ ਲਾਜ਼ਮੀ ਨਾਲ ਪਾਏਗਾ। ਐਂਡ ਤੇ ਜਦੋਂ ਪੋਟਾਸ਼ ਦੀ ਵਾਰੀ ਆਏਗੀ ਉਹਦੇ ਵਿੱਚ ਵੀ ਅਸੀਂ ਵਰਮੀ ਕੰਪੋਸਟ ਐਡ ਕਰਾਵਾਂਗੇ। ਇਨਸ਼ਾਅੱਲਾ ਕਿਸਾਨ ਦੀ ਬਚਤ ਜਿਹੜੀ ਹੈ 25% ਤੋਂ ਲੈ ਕੇ 50% ਫੌਰੀ ਹੋ ਜਾਂਦੀ ਹੈ ਤੇ ਬਿਹਤਰੀਨ ਸ਼ਾਨਦਾਰ ਰਿਜ਼ਲਟ ਦੇ ਨਾਲ ਬਚਤ ਹੈ ਭਾਈ। ਜਿਹੜਾ ਜ਼ਮੀਨ ਹੈ ਨਾ ਉਹ ਜਿੰਨਾ ਕੈਮੀਕਲ ਪਾਉਂਦੇ ਜਿਵੇਂ ਉਹਦੀ ਮਿਕਦਾਰ ਵਧਾਣੀ ਪੈਣੀ ਹੈ। ਹੁਣ ਦੇਖੋ ਨਾ ਮਿਕਸ ਹੋ ਗਈ ਨਾ ਇਹਦੇ ਵਿੱਚ, ਹੁਣ ਜਿੰਨੀ DAP ਹੈ ਨਾ ਸਰ ਇਹ ਸਾਰੀ ਤੁਹਾਡੀ ਜ਼ਮੀਨ ਨੂੰ ਮਿਲਣੀ। ਬਿਲਕੁਲ ਠੀਕ ਹੈ। ਅੱਗੇ ਕੀ ਹੁੰਦਾ ਹੈ ਕਿ ਜਿਹੜੀ ਤੁਸੀਂ DAP ਪਾਉਂਦੇ ਹੋ, 1 ਬੋਰੀ ਪਾਈ ਹੈ ਤੇ 15 ਕਿਲੋ ਤੁਹਾਡੀ ਜ਼ਮੀਨ ਤੁਹਾਡੀ ਫਸਲ ਨੂੰ ਮਿਲਦੀ, ਬਾਕੀ 35 ਕਿਲੋ ਫਿਕਸ ਹੋ ਜਾਂਦੀ ਹੈ, ਉਹਨਾਂ ਕੋਈ ਇਸਤੇਮਾਲ ਨਹੀਂ ਹੁੰਦਾ। ਉਹ ਫਿਰ ਵਕਤ ਦੇ ਨਾਲ ਨਾਲ ਕੈਮੀਕਲ ਵਰਤੋ ਤੇ ਐਕਟਿਵ ਕਰੋ। ਇਹ ਹੁਣ ਸਾਰੀ ਹੀ ਉਹ ਜ਼ਮੀਨ ਦੇ ਥੱਲੇ ਜਾ ਕੇ ਤਹਿ ਬਣਾ ਲੈਂਦੀ ਆ, ਜ਼ਮੀਨ ਨੂੰ ਹਾਰਡ ਪੈਨਲ ਬਣਾ ਲੈਂਦੀ ਆ। ਉਹ ਕੰਮ ਨਹੀਂ ਹੋਏਗਾ। ਹਾਂਜੀ ਜ਼ਮੀਨ ਦੀ ਜ਼ਰਖੇਜ਼ੀ ਕੰਮ ਹੁੰਦੀ ਹੈ ਉੱਤੇ। ਠੀਕ ਹੈ। ਹੁਣ ਉਹ ਕੰਮ ਨਹੀਂ ਹੋਏਗਾ ਸਰ। ਇਹ ਫੌਰੀ ਤੌਰ ਤੇ ਜਿੰਨੀ ਪਾਣਗੇ ਇਹ ਉਨੀ ਅਸਰ ਕਰੇਗੀ ਇਨਸ਼ਾਅੱਲਾ। ਅੱਛਾ ਹੁਣ ਸਾਰੇ ਸ਼ਾਨਦਾਰ ਰਿਜ਼ਲਟ ਮਿਲੇਗਾ। ਤੁਸੀਂ ਦੂਸਰਾ ਸਵਾਲ ਕੀਤਾ ਸੀ ਸਾਡੇ ਆਡੀਅנס ਨੂੰ ਨਾ ਕੈਂਚਵੇ ਵੀ ਤੁਹਾਡਾ ਇੱਕ ਸਵਾਲ ਰਹਿ ਗਿਆ। ਹਾਂਜੀ ਇੱਕ ਸਵਾਲ ਇਹਦਾ ਖਰਚੇ ਵਾਲਾ। ਹਾਂਜੀ ਕਮਰਸ਼ੀਅਲ ਲੈਵਲ ਸਰ ਤੁਸੀਂ ਆਪਦੀ ਮਰਜ਼ੀ ਕਰਨਾ ਚਾਹੋ ਤੇ ਤੁਸੀਂ 20,000 ਤੋਂ ਸ਼ੁਰੂ ਕਰ ਸਕਦੇ ਹੋ। ਠੀਕ ਹੈ। ਤੇ ਜੇ ਇੱਕ ਕਾਨੂੰਨ ਦੇ ਮੁਤਾਬਕ ਜਾਂ ਇੱਕ ਸਟੇਜ ਦੇ ਮੁਤਾਬਕ ਟੁਰਨਾ ਤੇ ਉਹਦੇ ਵਿੱਚ ਜਿਹੜਾ ਨਾ ਜੀ 12-15 ਲੱਖ ਰੁਪਏ ਖਰਚਾ ਆਰਾਮ ਦੇ ਨਾਲ ਆ ਜਾਂਦਾ। ਲੇਕਿਨ ਫਿਰ ਤੁਸੀਂ ਟਰੈਕ ਤੋਂ ਲੈਂਦੇ ਨਹੀਂ, ਤੁਸੀਂ ਫਿਰ ਟਰੈਕ ਤੇ ਚੜ ਗਏ ਹੋ, ਤੁਸੀਂ ਫਿਰ ਟੁਰੇ ਜਾਣਾ। ਜੇ ਤੁਸੀਂ 10-20-30-40,000 ਲਾ ਕੇ ਕਰੋਗੇ ਤੇ ਫਿਰ ਤੁਸੀਂ ਕਦੀ ਟਰੈਕ ਤੇ ਕਦੀ ਥੱਲੇ, ਕਦੀ ਟਰੈਕ ਤੇ ਕਦੀ, ਯਾਨੀ ਕਿ ਤੁਸੀਂ ਪ੍ਰੋਫੈਸ਼ਨਲ ਅੰਦਾਜ਼ ਨਾਲ ਕਰੋ ਤਾਂ ਕਿ ਤੁਹਾਡੇ ਕੋਲੋਂ 2-3 ਮਹੀਨਿਆਂ ਬਾਅਦ ਟਨਾਂ ਦੇ ਹਿਸਾਬ ਨਾਲ ਖਾਦ ਨਿਕਲੇ। ਹਾਂਜੀ ਤੇ ਵੇਖੋ 3 ਮਹੀਨੇ ਖਿਜ਼ਰ ਭਾਈ ਇੱਕ ਬੰਦਾ ਜਿਹੜਾ ਤੁਸੀਂ ਰੱਖਣਾ ਕਮ ਸੇ ਕਮ 20-25,000 ਤੇ ਆਣਾ ਜੀ ਉਹਨੇ। ਉਹਨੇ ਰੋਟੀ ਖਾਣੀ, ਉਹਨੇ ਰਹਿਣਾ,
ਹਾਂਜੀ ਪਾਣੀ ਲੱਗਣਾ ਤੁਹਾਨੂੰ, ਹਾਂਜੀ। ਬਿਜਲੀ ਲੱਗਣੀ, ਸਾਰਾ ਕੁਝ ਹੋਣਾ। ਤੇ ਜੇ 3 ਮਹੀਨਿਆਂ ਬਾਅਦ ਉਹ ਇਸ ਬੰਦੇ ਦੀ ਤਨਖਾਹਾਂ ਹੀ ਨਾ ਨਿਕਲਣ, ਸਹੀ ਗੱਲ ਹੈ, ਤੇ ਫਿਰ ਤੁਸੀਂ ਉਸ ਕਮਰਸ਼ੀਅਲ ਲੈਵਲ ਨੂੰ ਕੀ ਕਰਨਾ? ਸਹੀ ਬਾਤ। ਇਹ ਤੁਹਾਡੇ ਕਿੰਨੇ ਬੈੱਡ ਲੱਗੇ ਹੋਏ ਨੇ ਤੇ? ਖਿਜ਼ਰ ਭਾਈ ਤਕਰੀਬਨ 1.5 ਕਨਾਲ ਜਗ੍ਹਾ ਹੈ ਵੇ, ਹਾਂਜੀ ਕੋਈ ਥੱਲੇ 2-3 ਕਨਾਲ ਪਈ ਹੈ, ਕੋਈ 3 ਕਨਾਲ ਪਈ, ਯਾਨੀ ਕਿ ਟੋਟਲ ਸਮਝ ਲਓ ਕਿ ਨਾ ਕੋਈ 6 ਕਨਾਲ ਦੇ ਵਿੱਚ ਵਰਮੀ ਕੰਪੋਸਟ ਯੂਨਿਟ ਇਸ ਟਾਈਮ ਹੈਗਾ, ਮਾਸ਼ਾ ਜਿਹਨੂੰ ਅਸੀਂ ਇਨਸ਼ਾਅੱਲਾ ਹੁਣ ਇਹ ਮੌਸਮ ਦੀ ਸ਼ਿੱਦਤ ਜਿਵੇਂ ਖਤਮ ਹੋਏਗੀ, ਜੀ। ਇਹਨੂੰ ਅਸੀਂ 1 ਏਕੜ ਤੋਂ ਵੀ ਜ਼ਿਆਦਾ ਰਕਬੇ ਤੇ ਮਜ਼ੀਦ ਐਕਸਟੈਂਡ ਕਰ ਦੇਣਾ। ਸਾਨੂੰ ਕੈਂਚੂਆ ਦਿਖਾ ਦਿਓ ਜੀ ਸਾਡੇ ਕੈਂਚੂਆ, ਆਡੀਅנס ਨੂੰ। ਕੈਂਚੂਆ ਦੇਖੋ ਜੀ, ਔਰ ਇਹਦੀ ਹਾਰਵੈਸਟਿੰਗ ਕਿੰਨੇ ਦਿਨਾਂ ਬਾਅਦ आ ਹੋਏਗੀ? गया जी। ये है जी रेड विगलर हाँ जी, असीनिया फटीडा। ठीक है। ये दुनिया की सबसे अच्छी ब्रीड है हाँ जी। जो वर्मी कंपोस्ट बनाने के लिए इस्तेमाल लाइफ होती है। कितनी होगी इस टाइम जी? सर इनकी जी लाइफ है ना जी वो काउंट नहीं होती। नहीं इस टाइम जिस ते हार्वेस्टिंग कितने दिनों बाद अच्छा होएगी? ए हुन इंदी इस तो बाद आखिरी हार्वेस्ट होनी है। अच्छा जी, ये ठीक। बेड जेड़ा हुन नवे बेड लगदे पे हाँ जी मगर ए नवे बेड लगदे पे खिजर भाई, जी जी ये बेड 3 महीने च मुकम्मल होएगा। जी, ठीक है। 40 दिन बाद पहली रहंदी, हाँ जी फिर उस तो बाद 60 दिन बाद, जी, ठीक है ठीक है जी, फिर कोई 80 दिन बाद, जी, ठीक ਤੇ है। ਐਂਡ ਤੇ ਫਿਰ ਰਹਿ ਜਾਂਦੀ ਛੋਟੀ ਜਿਹੀ ਲੇਅਰ, ਉਹ 10 ਦਿਨਾਂ ਬਾਅਦ ਲੈ ਕੇ 3 ਮਹੀਨੇ ਦੇ ਵਿੱਚ ਤੁਹਾਡਾ ਬੈੱਡ ਜਿਹੜਾ ਨਾ ਜੀ ਉਹ ਖਾਲੀ ਹੋ ਜਾਂਦਾ जी जबरदस्त, बेहतरीन सर। असम भाई बहुत शुक्रिया ਤੁਹਾਡਾ। ਤੇ ਕੋਈ ਬੰਦਾ ਵੀ ਅਗਰ ਰਾਬਤਾ ਕਰਨਾ ਚਾਹੇ ਤੇ ਮੈਂ ਹਸਨ ਭਾਈ ਦਾ ਨੰਬਰ ਦੇ ਦਿਆਂਗਾ। ਜੀ। ਤੁਸੀਂ ਕਿਸੇ ਵੀ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਕੈਂਚੂਏ ਲੈਣੇ ਨੇ ਜਾਂ ਤੁਸੀਂ ਇਹਨਾਂ ਕੋਈ ਯੂਨਿਟ ਲਗਵਾਉਣਾ ਚਾਹੁੰਦੇ ਹੋ ਤਾਂ ਰਾਬਤਾ ਕਰ ਸਕਦੇ ਹੋ। ਬਹੁਤ ਸ਼ੁਕਰੀਆ ਜੀ। ਥੈਂਕ ਯੂ।